ਭਾਜੀ ਦੂਸਰੀ ਬਰਸੀ ਮਨਾਈ ਜਾਣੀ ਸੀ, ਤਿਆਰੀਆਂ ਚੱਲ ਰਹੀਆਂ ਸੀ। ਦੂਸਰੇ ਪਾਸੇ ਕਮਰਾ ਕਿਸੇ ਨੇ ਆ ਕੇ ਢਾਹ ਦਿੱਤਾ ਗਿਆ। ਪਤਾ ਲੱਗ ਸਕਿਆ ਕੌਣ ਹੈ ਉਹ ਸ਼ਰਾਰਤੀ ਤੱਤਵ ਜਿਨ੍ਹਾਂ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਖਾਲਸਾ ਜੀ ਮੈਨੂੰ ਕੁਝ ਨਹੀਂ ਪਤਾ ਚੱਲਿਆ ਜੀ, ਪਰ ਡਾਊਟ ਤਾਂ ਹੈਗਾ ਹੀ ਆ। ਪਰ ਹੁਣ ਮੈਂ ਇਸ ਤਰ੍ਹਾਂ ਕਿੱਦਾਂ ਕਹਿ ਸਕਦਾ ਕਿ ਪਿਛਲੀ ਵਾਰੀ ਵੀ ਸਾਨੂੰ ਇਦਾਂ ਰੋਕਿਆ ਗਿਆ ਸੀਗਾ। ਦੇਸ਼ ਵਿੱਚ ਆਏ ਕਰੋਨਾ ਦੌਰਾਨ ਕਰੋਨਾ ਦੀ ਭੇਟ ਚੜੇ ਅੰਮ੍ਰਿਤਸਰ ਤੋਂ ਪਹਿਲੇ ਸ਼ਖਸ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦਾ ਕਰੋਨਾ ਕਰਕੇ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਹੀ ਪਰਿਵਾਰ ਵੱਲੋਂ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਬਰਸੀ ਉਹਨਾਂ ਦੇ ਉਸ ਸਥਾਨ ਤੇ ਮਨਾਈ ਜਾਣ ਲੱਗੀ ਜਿੱਥੇ ਕਿ ਨਿਰਮਲ ਸਿੰਘ ਖਾਲਸਾ ਦਾ ਸੰਸਕਾਰ ਕੀਤਾ ਗਿਆ ਸੀ। ਤਾਂ ਅਸੀਂ ਵੀ ਇਸ ਸਮੇਂ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਨਿਰਮਲ ਸਿੰਘ ਖਾਲਸਾ ਦਾ ਸੰਸਕਾਰ ਹੋਇਆ ਸੀ। ਤਾਂ ਵੇਰਕਾ ਬਾਈਪਾਸ ਤੇ ਮੌਜੂਦ ਹਾਂ। ਤਾਂ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਦਾ ਸੰਸਕਾਰ ਕੀਤਾ ਗਿਆ ਸੀ। ਤਾਂ ਹੁਣ 2 ਅਪ੍ਰੈਲ ਯਾਨੀ ਕਿ 2 ਅਪ੍ਰੈਲ ਨੂੰ ਉਹਨਾਂ ਦੀ ਦੂਸਰੀ ਬਰਸੀ ਇਸ ਅਸਥਾਨ ਦੇ ਉੱਤੇ ਮਨਾਈ ਜਾਣੀ ਸੀ। ਤਾਂ ਬਰਸੀ ਮਨਾਉਣ ਵਾਸਤੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਜਿਹੜੇ ਆਰੰਭ ਕਰਨੇ ਸੀ, ਤਾਂ ਉਸ ਦੇ ਲਈ ਇੱਕ ਕਮਰਾ ਇੱਥੇ ਪਰਿਵਾਰ ਵੱਲੋਂ ਬਣਾਇਆ ਜਾ ਰਿਹਾ ਸੀ। ਤਾਂ ਉਸ ਕਮਰੇ ਨੂੰ ਜਿਹੜਾ ਹੈ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ। ਯਾਨੀ ਕਿ ਹੁਣ 1 ਹਫ਼ਤੇ ਦਾ ਸਮਾਂ ਬਚਿਆ ਹੈ ਬਰਸੀ ਲਈ। ਤਾਂ ਉਸ ਤੋਂ ਪਹਿਲਾਂ ਜਿਹੜਾ ਅਖੰਡ ਪਾਠ ਸਾਹਿਬ ਦੇ ਪਾਠ ਜਿਹੜੇ ਇੱਥੇ ਆਰੰਭ ਕਰਵਾਏ ਜਾਣੇ ਸੀ, ਤਾਂ ਉਸ ਲਈ ਇੱਕ ਕਮਰਾ ਤਿਆਰ ਕੀਤਾ ਜਾ ਰਿਹਾ ਸੀ। ਤਾਂ ਉਸ ਕਮਰੇ ਨੂੰ ਕਿਸੇ ਸ਼ਰਾਰਤੀ ਤੱਤਵਾਂ ਵੱਲੋਂ ਪਿਛਲੀ ਦੇਰ ਰਾਤ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਕਿ ਜਿੱਥੇ ਨਿਰਮਲ ਸਿੰਘ ਖਾਲਸਾ ਜੀ ਦੇ ਪਰਿਵਾਰ 'ਚ ਇਸ ਚੀਜ਼ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ, ਤਾਂ ਉੱਥੇ ਹੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਸੁਣਨ ਵਾਲੇ ਜਿਹੜੇ ਉਹਨਾਂ ਦੇ ਚਾਹਵਾਨ ਸੱਜਣ ਸੀ, ਪਤਵੰਤੇ ਸੀ, ਉਹਨਾਂ 'ਚ ਵੀ ਕਾਫੀ ਨਿਰਾਸ਼ਾ ਜਿਹੜੀ ਹੈ ਇਸ ਚੀਜ਼ ਨੂੰ ਲੈ ਕੇ ਉਹ ਦੇਖਣ ਨੂੰ ਮਿਲ ਰਹੀ ਹੈ। ਤਾਂ ਇਹ ਜਿਹੜੀ ਜਗ੍ਹਾ ਸੀ, ਇਹ ਜਗ੍ਹਾ ਪਹਿਲੇ ਕਿਸੇ ਦੀ ਮਾਲਕੀਅਤ 'ਚ ਸੀ, ਲੇਕਿਨ ਉਸ ਸਮੇਂ ਕਿਤੇ ਸੰਸਕਾਰ ਨਹੀਂ ਸੀ ਹੋਣ ਦਿੱਤਾ ਜਾ ਰਿਹਾ। ਤਾਂ ਉਸ ਵੇਲੇ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ 'ਤੇ ਆ ਕੇ ਸੰਸਕਾਰ ਕੀਤਾ ਗਿਆ। ਤਾਂ ਹੁਣ ਵੇਰਕਾ ਦੀ ਪੰਚਾਇਤ ਵੱਲੋਂ ਇਹ ਜਗ੍ਹਾ ਵੀ ਜਿਹੜੀ ਹੈ ਜਿਸ ਦੀ ਮਾਲਕੀ ਸੀ ਉਸ ਨੂੰ ਹੋਰ ਕਿਤੇ ਜਗ੍ਹਾ ਅਲਾਟ ਕਰ ਦਿੱਤੀ ਹੈ। ਤਾਂ ਫਿਰ ਲਗਾਤਾਰ ਹੀ ਇਸ ਜਗ੍ਹਾ ਦੇ ਉੱਤੇ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰ ਵੱਲੋਂ ਆ ਕੇ ਬਰਸੀ ਜਿਹੜੀ ਹੈ ਉਹ ਮਨਾਈ ਜਾਂਦੀ ਸੀ। ਤਾਂ ਹੁਣ ਦੂਸਰੀ ਬਰਸੀ ਜਿਹੜੀ ਹੈ ਇੱਥੇ ਮਨਾਈ ਜਾਣੀ ਸੀ। ਤਾਂ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਬੇਟੇ ਸਾਡੇ ਨਾਲ ਮੌਜੂਦ ਹੈ, ਅਮਤੇਸ਼ਵਰ ਜੀ। ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਖਾਲਸਾ ਫਤਿਹ ਜੀ। ਭਾਜੀ ਦੂਸਰੀ ਬਰਸੀ ਮਨਾਈ ਜਾਣੀ ਸੀ, ਤਿਆਰੀਆਂ ਚੱਲ ਰਹੀਆਂ ਸੀ। ਦੂਸਰੇ ਪਾਸੇ ਕਮਰਾ ਕਿਸੇ ਨੇ ਆ ਕੇ ਢਾਹ ਦਿੱਤਾ ਗਿਆ। ਪਤਾ ਲੱਗ ਸਕਿਆ ਕੌਣ ਹੈ ਉਹ ਸ਼ਰਾਰਤੀ ਤੱਤਵ ਜਿਨ੍ਹਾਂ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਖਾਲਸਾ ਜੀ ਮੈਨੂੰ ਕੁਝ ਨਹੀਂ ਪਤਾ ਚੱਲਿਆ ਜੇ, ਪਰ ਡਾਊਟ ਤਾਂ ਹੈਗਾ ਹੀ ਆ। ਪਰ ਹੁਣ ਮੈਂ ਇਸ ਤਰ੍ਹਾਂ ਕਿੱਦਾਂ ਕਹਿ ਸਕਦਾ ਕਿ ਪਿਛਲੀ ਵਾਰੀ ਵੀ ਸਾਨੂੰ ਇਦਾਂ ਰੋਕਿਆ ਗਿਆ ਸੀਗਾ ਕਮਰਾ ਪਾਉਣ ਤੋਂ, ਕਿ ਉਦੋਂ ਜਗ੍ਹਾ ਦਾ ਤਬਾਦਲਾ ਨਹੀਂ ਸੀ ਹੋਇਆ। ਜਗ੍ਹਾ ਮਤਲਬ ਕਿ ਜਿਸ ਬੰਦੇ ਦੀ ਜਗ੍ਹਾ ਸੀਗੀ ਉਹਨਾਂ ਕੋਲ ਜਗ੍ਹਾ ਸੀਗੀ, ਉਹਦੇ ਉੱਪਰ ਹਜੇ ਤਬਾਦਲੇ ਦਾ ਟਾਈਮ ਸੀਗਾ, ਤਬਾਦਲੇ ਨੂੰ ਸਮਾਂ ਲੱਗਣਾ ਸੀਗਾ। ਇੱਥੋਂ ਇੱਕ ਬੜੇ ਸਤਿਕਾਰਯੋਗ ਨੇ ਭਾਈ ਸਾਹਿਬ ਲਾਲਾ ਜੀ ਕਹਿੰਦੇ ਨੇ, ਤੇ ਵੇਰਕੇ ਤੋਂ ਉਹਨਾਂ ਦਾ ਬੜਾ ਵੱਡਾ ਸਹਿਯੋਗ ਹੈ। ਮਤਲਬ ਉਹਨਾਂ ਨੇ ਬੜਾ ਫਾਈਟ ਕਰਕੇ ਇਸ ਚੀਜ਼ ਉੱਪਰ 5-6 ਮਹੀਨੇ ਫਾਈਟ ਕੀਤੀ। ਫਿਰ ਜਾ ਕੇ ਮਤਲਬ ਕਿ ਦਿੱਲੀ ਜਾ ਕੇ ਚੰਡੀਗੜ੍ਹ ਜਾ ਕੇ ਮਤਲਬ ਸਾਰਾ ਕੁਝ ਕੰਮ ਕਰਵਾਇਆ। ਤੇ ਫਿਰ ਚਲੋ ਫਿਰ ਵੀ ਸਾਲ ਲੱਗ ਗਿਆ ਇਸ ਕੰਮ ਨੂੰ। ਫਿਰ ਜਦੋਂ ਪਹਿਲੀ ਬਰਸੀ ਵਿੱਚ ਕੀ ਹੋਇਆ ਕਿ ਪਹਿਲੀ ਬਰਸੀ ਤੇ ਜਦੋਂ ਮਨਾਉਣ ਲੱਗੇ ਤਾਂ ਕਮਰਾ ਪਾਇਆ ਸੀ। ਕਮਰੇ ਇਸ ਕਰਕੇ ਪਾਇਆ ਗਿਆ ਸੀ ਕਿ ਮਤਲਬ ਜਿਹੜਾ ਇੰਟਰਨੈਟ ਤੋਂ ਹੀ ਚੈੱਕ ਕਰ ਲਿਆ ਸੀ ਕਿ ਬਰਸੀ ਦੇ ਨੇੜੇ ਤੇਰੇ ਬਾਰਿਸ਼ ਹੋ ਸਕਦੀ ਹੈ। ਤੇ ਸਾਨੂੰ ਇਹ ਸੀ ਕਿ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ। ਅਸੀਂ ਇੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ 31 ਤਰੀਕ ਨੂੰ, ਤੇ 2 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਬਰਸੀ ਵਾਲੇ ਦਿਨ, ਜਿੱਦਣ ਤੇ ਬਟ ਉਹ ਚਲੋ ਖੈਰ ਇਹਨਾਂ ਨੇ ਕਮਰਾ ਬੰਦ ਹੋ ਗਿਆ, ਬੰਦ ਕਰਵਾਤਾ, ਤੁਸੀਂ ਕਮਰਾ ਨਹੀਂ ਪਾ ਸਕਦੇ। ਅਸੀਂ ਕਿਹਾ 7 ਵਜੇ ਜੀ ਕਮਰਾ ਨਹੀਂ ਪਾਵਾਂਗੇ। ਤੇ ਉਸ ਤੋਂ ਬਾਅਦ ਫਿਰ ਅਸੀਂ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦੀ ਬੱਸ ਲਿਆਂਦੀ, ਏਅਰ ਕੰਡੀਸ਼ਨ ਬੱਸ ਹੁੰਦੀ ਹੈ, ਤਾਂ ਉਹਦੇ ਵਿੱਚ ਗ੍ਰੰਥ ਸਾਹਿਬ ਦਾ ਵਾਸਤੇ ਸਪੈਸ਼ਲ ਬਣੀ ਹੁੰਦੀ ਹੈ ਪ੍ਰਕਾਸ਼ ਕਰਨ ਵਾਸਤੇ। ਉਹਦੇ ਵਿੱਚ ਵੀ ਅਸੀਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਹੁਣ ਦੇਖੋ ਜੀ ਫਿਰ 5-7 ਦਿਨ ਰਹਿ ਗਏ ਨੇ। 5-7 ਦਿਨ ਦੇ ਵਿੱਚ ਫਿਰ ਮਤਲਬ ਸ਼ਰਾਰਤ ਹੋਈ ਆ। ਰੱਬ ਜਾਣਦਾ, ਗੋਡ ਨੂੰ ਕਿਹਨੇ ਸ਼ਰਾਰਤ ਕੀਤੀ ਆ ਕਿ ਇਹ ਕਮਰਾ ਢਾਹ ਦਿੱਤਾ ਵਾ ਕਿ ਵੀ ਸਾਡਾ ਫੋਕਸ ਉੱਧਰ ਨਾ, ਸਾਡਾ ਫੋਕਸ ਇੱਧਰਲੇ ਪਾਸੇ ਹੋ ਜਾਏ, ਇਹਨਾਂ ਦਾ ਕੰਮ ਵਿੱਚ ਅੜਚਨ ਪਾਈ ਜਾਵੇ। ਉਦੋਂ ਕੰਧਾਂ ਢਾਹਤੀਆਂ, ਉਦੋਂ ਇੱਥੋਂ ਕਦੀ ਇਹ ਸਥਾਨ ਦੇ ਉੱਪਰ ਦੀ ਗੱਡੀ ਦੇ ਟਾਇਰ ਲੰਘਦੇ ਨੇ, ਟਾਇਰਾਂ ਦੇ ਨਿਸ਼ਾਨ ਪਏ ਹੁੰਦੇ ਨੇ। ਮੇਰੇ ਕੋਲ ਫੋਟੋਜ਼ ਪਈਆਂ ਸਾਰੀਆਂ ਖਿੱਚੀਆਂ ਹੋਈਆਂ। ਫਿਰ ਕਦੀ ਇੱਥੇ ਫਲੈਕਸ ਬੋਰਡ ਲੱਗਦੇ, ਉਹ ਪਾੜ ਦਿੱਤੇ ਜਾਂਦੇ ਨੇ। ਕਦੀ ਇੱਥੋਂ 3-4 ਵਾਰੀ ਨਿਸ਼ਾਨ ਸਾਹਿਬ ਲਾ ਚੁੱਕੇ, ਨਿਸ਼ਾਨ ਸਾਹਿਬ ਪੁੱਟ ਕੇ ਕੋਈ ਲੈ ਜਾਂਦਾ। ਇੱਥੇ ਡੈਡੀ ਦੀ ਫੋਟੋ, ਇੱਥੇ ਵੱਡਾ ਫਰੇਮ ਲੱਗਾ ਸੀਗਾ ਕਿ ਲੋਕਾਂ ਨੂੰ ਦੂਰੋਂ ਪਤਾ ਚੱਲੇ, ਕਿਉਂਕਿ ਜਿਹੜੀ ਬਾਹਰੋਂ ਸੰਗਤਾਂ ਜਾਂ ਇੱਧਰੋਂ ਜੰਮੂ ਕਸ਼ਮੀਰ ਤੋਂ ਸੰਗਤਾਂ ਆਉਂਦੀਆਂ, ਉਹਨਾਂ ਨੂੰ ਨਹੀਂ ਜਗ੍ਹਾ ਲੱਭਦੀ, ਵੀ ਸਾਨੂੰ ਕਾਲ ਕਰਦੀਆਂ ਵੀ ਅਸੀਂ ਉੱਥੇ ਲਗਾ ਦਿੱਤਾ ਕਿ ਲੋਕਾਂ ਨੂੰ ਪਤਾ ਚੱਲ ਜਾਵੇ ਵੀ ਇਹ ਸਥਾਨ ਹੈਗਾ। ਉਹ ਵੀ ਕੋਈ ਪੱਟ ਕੇ ਲੈ ਗਿਆ। ਤੇ ਮੈਂ ਤਾਂ ਉਦੋਂ ਪਰਸੋਂ ਮੈਂ ਤਾਂ ਗਿਆ ਹੋਇਆ ਸੀਗਾ ਜੀ, ਜਲੰਧਰ ਗਿਆ ਸੀ ਸੱਦਾ ਪੱਤਾ ਦੇਣ ਵਾਸਤੇ, ਸਾਰਾ ਸੱਦੇ ਪੱਤਰ ਦੇਣ ਗਿਆ ਸੀ ਸੁਲਤਾਨਪੁਰ ਲੋਧੀ ਲੋਹੀਆਂ। ਮਨਸ਼ਾ ਕੀ ਲੱਗਦੀ ਹੈ ਸ਼ਰਾਰਤੀ ਤੱਤਵਾਂ ਦੀ ਜੀ? ਉੱਥੇ ਕਾਲ ਹੈ ਕਿ ਆਪਣੇ ਸਥਾਨ ਤੇ
ਵੀ ਆਹ ਕੰਮ ਹੋ ਗਿਆ। ਤਾਂ ਮੈਂ ਤਾਂ ਬੜਾ ਪਰੇਸ਼ਾਨ। ਇੱਕ ਸਮਾਂ ਸਾਡੇ ਕੋਲ ਥੋੜਾ ਹੈ ਕਿ ਮੈਨ ਪਾਵਰ ਸਾਡੇ ਕੋਲ ਉਨੀ ਨਹੀਂ ਹੈਗੀ, ਤਾਂ ਅਸੀਂ ਭੱਜ ਦੌੜ ਸਾਡੀ ਚੱਲਣ ਦੀ। ਤੇ ਇਹ ਕੀ ਮਤਲਬ ਕਿ ਭਾਣਾ ਵਰਤ ਗਿਆ, ਮਤਲਬ ਇਹ ਕਿਉਂ ਕੀਤਾ, ਕਿਸ ਰੀਜ਼ਨ ਕਰਕੇ ਕਿਸੇ ਨੇ ਕੀਤਾ। ਤਾਂ ਤੁਸੀਂ ਆਪ ਦੇਖੋ, ਮਤਲਬ ਜਦੋਂ ਤੁਹਾਡੇ ਸਿਰ ਤੇ ਪ੍ਰੋਗਰਾਮ ਹੋਵੇ ਤਾਂ ਉੱਪਰੋਂ ਇਹੋ ਜਿਹਾ ਕੰਮ ਹੋਏ ਤਾਂ ਕਿੰਨੀ ਟੈਨਸ਼ਨ ਹੁੰਦੀ ਆ। ਹੁਣ ਇਹਨੂੰ ਅਸੀਂ ਰਿਪੇਅਰ ਕਰਕੇ ਇਹਨੂੰ ਦੁਬਾਰਾ ਬਣਾਵਾਂਗੇ ਜਾਂ ਮਤਲਬ ਆਪਣੇ ਪ੍ਰੋਗਰਾਮ ਵੱਲ ਦੇਖਾਂਗੇ, ਗਾਂ ਅੱਗੇ ਵਧਾਂਗੇ। ਜੇ ਕਿਸੇ ਨੂੰ ਪ੍ਰੋਬਲਮ ਆ ਤਾਂ ਸਾਡੇ ਨਾਲ ਫੇਸ ਟੂ ਫੇਸ ਆ ਕੇ ਗੱਲ ਕਰਨ ਵੀ ਇਹ ਕਿਉਂ ਕੀਤਾ, ਕਿਸ ਰੀਜ਼ਨ ਕਰਕੇ ਕੀਤਾ, ਉਹਨਾਂ ਦੇ ਅੰਦਰ ਕੀ ਆ ਦਿੱਕਤ। ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ। ਇੱਥੇ ਟਰਾਲੀ ਆਈ ਰਾਤ ਨੂੰ, 4-5 ਬੰਦੇ ਵੀ ਆਏ ਹੋਣਗੇ। ਉਹਨਾਂ ਨੇ ਕੰਧ ਢਾਹ ਕੇ ਸਾਰੀ ਪਰਲੀ ਸਾਈਡ ਤੋਂ ਕੰਧ ਨਹੀਂ ਢਾਈ, ਕਿਉਂਕਿ ਪਰਲੀ ਸਾਈਡ ਤੇ ਕਣਕ ਆ ਵੀ ਕਣਕ ਨਾ ਖਰਾਬ ਹੋਵੇ, ਪਰ ਦੋਨੇ ਸਾਈਡਾਂ ਤੋਂ ਕੰਧ ਢਾਤੀ, ਇੱਟਾਂ ਚੱਕ ਕੇ ਲੈ ਗਏ। ਜਿਹੜੀ ਕੰਧ ਟੱਠੀ ਆ ਉਹਦੀਆਂ ਇੱਟਾਂ ਨਹੀਂ ਚੁੱਕ ਕੇ ਲਗਾਏ, ਫਰੈਸ਼ ਇੱਟਾਂ ਚੁੱਕ ਕੇ ਲੈ ਗਏ। ਚੋਰਾਂ ਦਾ ਕੰਮ ਨਹੀਂ ਹੈਗਾ ਜੀ ਇਹ। ਜੀ ਫਿਰ ਕੀ ਮਨਸ਼ਾ ਕੀ ਲੱਗਦੀ, ਕਿਉਂ ਨਹੀਂ ਇੱਥੇ ਬਰਸੀ ਜਿਹੜੀ ਮਨਾ ਦਿੱਤੀ ਜਾ ਰਹੀ, ਤੁਹਾਨੂੰ ਕੀ ਲੱਗਦੀ ਕਿ ਮਨਸ਼ਾ ਕੀ ਲੱਗਦੀ ਉਹਨਾਂ ਦੀ? ਮੈਂ ਕਹਿੰਦਾ ਜੀ ਬੇੜਾ ਗਰਕ ਹੋਏਗਾ। ਮੈਂ ਰਹਿ ਰਸ ਵੇਲੇ ਕਹਿੰਦਾ ਜਿਹੜਾ ਵੀ ਬੰਦਾ ਇਹ ਕੰਮ ਕਰੇ ਉਹਦਾ ਬੇੜਾ ਗਰਕ ਹੋਏਗਾ। ਪਵਿੱਤਰ ਅਸਥਾਨ ਹੈ, ਕਿੱਡੀ ਵੱਡੀ ਸ਼ਖਸੀਅਤ ਦੀ ਬੇਅਦਬੀ ਹੋ ਰਹੀ ਹੈ ਜੀ। ਉਹ ਬਹੁਤ ਸਾਡਾ ਸਾਥ ਸੰਗਤਾਂ ਨੂੰ ਵੀ ਦੇਣਾ ਚਾਹੀਦਾ ਵਾ, ਸਰੋਤਿਆਂ ਨੂੰ ਸਾਡਾ ਸਾਥ ਦੇਣਾ ਚਾਹੀਦਾ। ਬਹੁਤ ਵੱਡੀ ਬੇਅਦਬੀ ਹੈ, ਇਹਦੇ ਉੱਪਰ ਪੂਰੀ ਫਾਈਟ ਕਰਨੀ ਚਾਹੀਦੀ ਆ। ਕਿਉਂਕਿ ਹਰ ਵਾਰੀ ਜਦੋਂ ਵੀ ਪ੍ਰੋਗਰਾਮ ਆਉਂਦਾ ਜਾਂ ਕੋਈ ਬਰਸੀ ਆਉਂਦੀ ਆ, ਇੱਥੇ ਇਹ ਕੁਛ ਹੁੰਦਾ ਵਾ। ਅਸੀਂ ਹਰ 2 ਤਰੀਕ ਨੂੰ ਲੰਗਰ ਲਾਈਦਾ, ਉਦੋਂ ਸਾਨੂੰ ਕੋਈ ਸਹਿਯੋਗ ਇੱਥੇ ਦਿੰਦਾ ਨਹੀਂ ਹੈਗਾ ਕਿਸੇ ਤਰ੍ਹਾਂ ਦੇ ਵੀ। ਇੱਥੇ ਪੂਰਾ ਰਸ਼ ਹੁੰਦਾ ਜੀ। ਮਤਲਬ ਚਲੋ ਸਹਿਯੋਗ ਜਿਹੜਾ ਹੁੰਦਾ ਕਿ ਅਸੀਂ ਕੋਈ ਪੈਸੇ ਧੇਲੇ ਤੇ ਮੰਗਦੇ ਨਹੀਂ, ਸਹਿਯੋਗ ਹੁੰਦਾ ਕਿ ਸੇਵਾ ਹੀ ਹੁੰਦੀ ਹੈ ਜੀ। ਆ ਕੇ ਬੰਦਾ ਇੱਕ ਦੂਜੇ ਨਾਲ ਹੱਥ ਵਡਾਵੇ। ਹਾਂਜੀ ਚਲੋ ਇੱਕ ਪਵਿੱਤਰ ਜਗ੍ਹਾ ਹੈਗੀ, ਮਤਲਬ ਪੁੰਨ ਲੱਗੇਗਾ ਇੱਥੇ। ਅਸੀਂ ਹਰ 2 ਤਰੀਕ ਨੂੰ ਬਰਸੀ ਇੱਥੇ ਲੰਗਰ ਲਗਾਈਦਾ ਜੀ। ਲੇਕਿਨ ਜਿਹੜਾ ਕਮਰਾ ਢਾਇਆ ਗਿਆ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਕਿਸੇ ਸ਼ਰਾਰਤੀ ਤੱਤਵਾਂ ਵੱਲੋਂ ਕਦੀ ਟਰੈਕਟਰ ਦੇ ਟਾਇਰ ਲੈ ਕੇ ਚੜਾ ਜਾਂਦੇ, ਸ਼ਾਸਨ ਪ੍ਰਸ਼ਾਸਨ ਨੂੰ ਜਾਗਰੂਕ ਕਰਾਇਆ, ਇਸ ਬਾਰੇ ਦੱਸਿਆ ਤੁਸੀਂ ਉਹਨਾਂ ਨੂੰ? ਬਿਲਕੁਲ ਜੀ, ਮੈਂ ਦੱਸਿਆ ਜੀ, ਮੈਂ ਦੱਸਿਆ ਹੈਗਾ। ਤਾਂ ਦੇਖੋ ਅਜੇ ਤੱਕ ਤਾਂ ਕੋਈ ਉਹਨਾਂ ਨੂੰ ਕੋਈ ਕਲੂ ਨਹੀਂ ਮਿਲਿਆ। ਤਾਂ ਹਾਂ ਇਹ ਹੈ ਕਿ ਅਦਰਵਾਈਜ਼ ਕੋਈ ਹੋਰ ਕਾਂਡ ਹੋਇਆ ਤਾਂ ਮਿੰਟਾਂ 'ਚ ਕਲੂ ਮਿਲ ਜਾਂਦੇ ਨੇ। ਇਹਦਾ ਕਲੂ ਲੱਭਣਾ 1 ਮਿੰਟ ਦਾ ਕੰਮ ਪੁਲਿਸ ਵਾਸਤੇ। ਪੁਲਿਸ ਮੇਰੇ ਕੋਲ ਇੱਥੇ ਆਈ, ਕਹਿੰਦੇ ਜੀ ਫਿਰ ਤੁਸੀਂ ਦੇਖੋ ਕੈਮਰੇ। ਮੈਂ ਕਿਹਾ ਮੇਰਾ ਕੰਮ ਥੋੜੀ ਕੈਮਰੇ ਦੇਖਣਾ ਤੁਹਾਡਾ ਕੰਮ ਆ। ਸਾਨੂੰ ਦਿਖਾਉਣੇ ਕਿਸੇ ਨੇ ਕਿਸ ਦਾ ਪ੍ਰਾਈਵੇਟ ਘਰ ਹੈਗਾ, ਪਰਸਨਲ ਉਹਦਾ ਘਰ ਹੈਗਾ, ਪਰਸਨਲ ਕੈਮਰੇ ਲੱਗੇ, ਸਾਨੂੰ ਕੌਣ ਦਿਖਾਏਗਾ? ਇਹ ਤਾਂ ਪੁਲਿਸ ਦਾ ਕੰਮ ਹੈਗਾ, ਪੁਲਿਸ ਦੇਖੇ ਆਪੇ ਜਾ ਕੇ, ਅਸੀਂ ਕੋਈ ਦੇਖੀਏ? ਇਹ ਤਾਂ ਤੁਸੀਂ ਆਪੇ ਹਿਸਾਬ ਲਓ। ਮਤਲਬ ਕਿ ਇਹ ਕੋਈ ਮੈਨਰਸ ਵਾਲੀ ਗੱਲ ਨਹੀਂ ਕਿ ਮਤਲਬ ਕਿ ਤੁਸੀਂ ਮਤਲਬ ਸਾਨੂੰ ਕਹੋ ਭਾਜੀ ਤੁਸੀਂ ਦੇਖੋ ਕੈਮਰੇ ਜਾ ਕੇ, ਅਸੀਂ ਕੋਈ ਦੇਖੀਏ? ਭਾਜੀ ਫਿਰ ਜਗ੍ਹਾ ਦਾ ਕੀ, ਜਗ੍ਹਾ ਅਲਾਟ ਹੋ ਗਈ ਹੈ ਤੁਹਾਨੂੰ ਕਿ ਨਹੀਂ ਹਜੇ ਜਗ੍ਹਾ ਰਹਿੰਦੀ ਹੈ ਕਿ ਪੰਚਾਇਤ ਦੀ ਹੈ? ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਨਾ ਕਿਸੇ ਦੀ ਮਾਲਕੀਅਤ ਹੈ, ਤੇ ਗਲਤੀ ਨਾਲ ਪੰਚਾਇਤ ਨੇ ਕਿਹਾ ਕਿ ਸਾਡੀ ਜ਼ਮੀਨ ਹੈ ਤੇ ਇੱਥੇ ਸੰਸਕਾਰ ਹੋ ਗਿਆ। ਜਗ੍ਹਾ ਦਾ ਕੀ ਰੋਲ ਹੈ? ਜਗ੍ਹਾ ਦਾ ਜੀ ਤੁਸੀਂ ਦਰੁਸਤ ਕਹਿ ਰਹੇ ਹੋ। ਪਹਿਲਾਂ ਇਹ ਜਗ੍ਹਾ ਕਿਸੇ ਦੀ ਸੀਗੀ, ਉਸ ਜਗ੍ਹਾ ਉੱਪਰ ਸੰਸਕਾਰ ਕੀਤਾ ਗਿਆ, ਜਾਨਬੁੱਝ ਕੇ ਕੀਤਾ ਗਿਆ, ਜਾਂ ਕਾਲੀ ਪੰਚੇ ਜਾਂ ਹਫੜਾ ਦਫੜੀ ਲਾ ਲਓ, ਜਿਸ ਤਰ੍ਹਾਂ ਵੀ ਹੋ ਗਿਆ। ਪਰ ਉਸ ਤੋਂ ਬਾਅਦ ਇਹ ਜਗ੍ਹਾ ਜਿਸ ਬੰਦੇ ਦੀ ਸੀਗੀ, ਉਹਨਾਂ ਨਾਲ ਉਸ ਬੰਦੇ ਨਾਲ ਫਿਰ ਇਹਨੇ ਤਬਾਦਲਾ ਕਰਾਇਆ ਕਿ ਉਸ ਬੰਦੇ ਨੂੰ ਜਗ੍ਹਾ ਕਿਤੇ ਹੋਰ ਲੈ ਦਿੱਤੀ। ਔਰ ਇਹ ਜਗ੍ਹਾ ਕਿਹਾ ਵੀ ਇਹ ਜਗ੍ਹਾ ਭਾਈ ਸਾਹਿਬ ਨੂੰ 1 ਕਿੱਲਾ ਤਾਂ 9 ਮਰਲੇ ਜਗ੍ਹਾ ਦਿੱਤੀ ਜਾਏਗੀ, ਡੋਨੇਟ ਕੀਤੀ ਜਾਏਗੀ। ਮਤੇ ਵਿੱਚ ਪਾਸ ਹੋਇਆ ਸੀ ਉਸੇ ਦਿਨ ਰਾਤ ਨੂੰ, ਜਿੱਦਣ ਸੰਸਕਾਰ ਹੋ ਰਿਹਾ ਸੀਗਾ, ਮੌਜੂਦਗੀ ਵਿੱਚ ਆਪਣੇ ਰੰਧਾਵਾ ਜੀ, ADCP ਰੰਧਾਵਾ ਜੀ, ਉਹਨਾਂ ਦੀ ਮੌਜੂਦਗੀ ਵਿੱਚ। ਤਾਂ ਉਸ ਤੋਂ ਬਾਅਦ ਫਿਰ 1 ਕਿੱਲਾ 9 ਮਰਲੇ ਜਗ੍ਹਾ, ਤਾਂ ਸਾਨੂੰ ਇਹ ਕੁਛ ਨਹੀਂ ਪਤਾ। ਆਹੀ ਜਗ੍ਹਾ ਤੁਹਾਡੇ ਸਾਹਮਣੇ ਜਿਹੜੀ ਪਈ ਆ, ਇੰਨੀ ਜਗ੍ਹਾ ਹੀ ਆ। ਹੋਰ ਜਗ੍ਹਾ ਬਾਰੇ ਨਾ ਕੋਈ ਜ਼ਿਕਰ ਹੋਇਆ ਜੇ ਨਾ ਕੋਈ ਗੱਲ ਹੋਈ ਆ। ਇਸ ਜਗ੍ਹਾ ਤਾਂ ਵੀ ਕਹਿੰਦੇ ਪਾਰਕ ਬਣਾਉਣੀ ਆ। ਪਾਰਕ ਬਣਾਉਣ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ। ਕਿ ਪਾਰਕ ਬਣੂਗੀ, ਛੋਟੀ ਜਗ੍ਹਾ ਤੇ ਕੀ ਪਾਰਕ ਬਣੇਗੀ? ਜਾਂ ਤਾਂ ਜਗ੍ਹਾ ਹੋਰ ਵੀ ਹੋਵੇ ਨਾ। ਅਸੀਂ ਚਾਹੁੰਦੇ ਕਿ ਇਸ ਜਗ੍ਹਾ ਤੇ ਪਾਰਕ ਨਾ ਬਣੇ, ਇਸ ਜਗ੍ਹਾ ਨੂੰ ਅਸੀਂ ਐਜ਼ ਇਟ ਇਜ਼ ਖਾਲੀ ਰੱਖਿਆ ਜਾਵੇ। ਤੇ ਇਸ ਜਗ੍ਹਾ ਤੋਂ ਅੱਗੇ ਜਿਹੜੀ ਜਗ੍ਹਾ ਸਾਨੂੰ ਦੇਣਗੇ ਜਾਂ ਲੈ ਕੇ ਦੇਣ ਜਗ੍ਹਾ, ਜਿਸ ਤਰ੍ਹਾਂ ਵੀ ਨਾਲ ਦੀ ਜਗ੍ਹਾ ਚਾਹੀਦੀ ਸਾਨੂੰ, ਅੱਗੇ ਪਿੱਛੇ ਹੋਰ ਜਗ੍ਹਾ ਨਹੀਂ ਚਾਹੀਦੀ ਕਿਤੇ। ਇੱਕ ਟੱਕ ਜਗ੍ਹਾ ਸਾਨੂੰ ਚਾਹੀਦੀ ਹੈ ਜਿੱਥੇ ਉੱਥੇ ਅਸੀਂ ਵੀ ਕੁਝ ਬਣਾ ਸਕੀਏ, ਜਾਂ ਸਰਕਾਰ ਨੇ ਕੁਝ ਬਣਾਉਣਾ ਉਹ ਬਣਾਵੇ, ਜਾਂ ਅਸੀਂ ਕੁਝ ਬਣਾਈਏ, ਅਸੀਂ ਉਹਨੂੰ ਕੰਟੀਨਿਊ ਚਲਾਈਏ। ਹੁਣ ਜਦੋਂ ਇਹ ਲੰਗਰ ਇੱਥੇ ਬਣਾਈਦਾ, ਸਾਡੇ ਕੋਲ ਪਾਣੀ ਦੀ ਸੁਵਿਧਾ ਨਹੀਂ ਹੈਗੀ, ਲਾਈਟ ਦੀ ਸੁਵਿਧਾ ਨਹੀਂ। ਅਸੀਂ ਵੇਟ ਕਰਦੇ ਪਏ ਵੀ ਕੁਝ ਕਰਨ, ਨਹੀਂ ਕਰਨਾ ਸਾਨੂੰ ਦੱਸਣ, ਅਸੀਂ ਕੁਝ ਕਰੀਏ। ਤਾਂ ਅਸੀਂ ਫਿਰ ਇੱਥੇ ਆਪਣੀ ਲਾਈਟ ਦਾ ਕਨੈਕਸ਼ਨ ਲੈ ਕੇ ਸਮਰਸੀਬਲ ਲਗਾ ਕੇ ਅਸੀਂ ਲੰਗਰ ਦਾ ਜਿਹੜਾ ਕੰਟੀਨਿਊ ਹਰ 2 ਤਰੀਕ ਨੂੰ ਲੰਗਰ ਲਾਉਣਾ। ਉਹਦਾ ਮਤਲਬ ਸਾਨੂੰ ਦਿੱਕਤ ਨਾ ਆਵੇ ਪਾਣੀ ਲਿਆਉਂਦੀਆਂ, ਚੀਜ਼ਾਂ ਲਿਆਉਂਦੀਆਂ, ਸਮਾਨ ਰੱਖਣ ਦੀ। ਜੀ ਲੇਕਿਨ ਬਰਸੀ ਦੀ ਗੱਲ ਕਰੀਏ ਤਾਂ ਜਿਹੜੀ ਬਰਸੀ ਤੁਹਾਡੇ ਵੱਲੋਂ ਇੱਥੇ ਕੀਤੀ ਜਾ ਰਹੀ, ਮਨਾਈ ਜਾ ਰਹੀ, ਉਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਵੀ ਆ ਸਕਦੇ। ਕੀ ਗੱਲਬਾਤ ਹੋ ਗਈ ਭਗਵੰਤ ਸਿੰਘ ਮਾਨ ਹੋਣਾ ਨਾਲ? ਉਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਜੀ। ਮੇਰੀ ਗੱਲਬਾਤ ਹੋਈ ਆ ਆਪਣੇ ਉਹਨਾਂ ਦੇ ਜਿਹੜੇ ਮੋਹਤਵਰ ਹੈਗੇ ਨੇ, ਤਾਂ ਉਹਨਾਂ ਦੇ ਬਹੁਤ ਨਜ਼ਦੀਕੀ ਜਿਹੜੇ ਹੈਗੇ ਨੇ, ਉਹਨਾਂ ਨਾਲ ਗੱਲ ਹੋਈ ਆ। ਜੀਵਨਜੋਤ ਕੌਰ ਜੀ MLA ਆਂਟੀ ਜੀ, ਉਹ ਮੇਰੇ ਫਾਦਰ ਸਾਹਿਬ ਦੇ ਸਟੂਡੈਂਟ ਵੀ ਰਹਿ ਚੁੱਕੇ ਨੇ, ਉਹਨਾਂ ਨਾਲ ਗੱਲ ਹੋਈ ਆ। ਤਾਂ ਆਉਣਾ ਤਾਂ ਵੈਸੇ ਬਣਦਾ ਉਹਨਾਂ ਦਾ, ਆਉਣਾ ਚਾਹੇ ਠੀਕ ਆ। ਨਵੀਂ ਪਾਰਟੀ ਜਿੱਤੀ ਆ, ਸਾਰੇ ਜੁਆਇਨ ਹੋਏ ਨੇ, ਔਰ ਨਵੇਂ CM ਸਾਹਿਬ ਬਣੇ ਨੇ। ਬਹੁਤ ਬਿਜ਼ੀ ਸ਼ਡਿਊਲ ਹੈਗਾ ਉਹਨਾਂ ਦਾ, ਪਰ ਅੱਛਾ ਲੱਗੇਗਾ ਜੇ ਆਉਣਗੇ ਤਾਂ ਬਹੁਤ ਅੱਛੀ ਗੱਲ। ਮਤਲਬ ਕਿ ਇੱਕ ਦੁਨੀਆ ਨੂੰ ਬਹੁਤ ਵੱਡਾ ਮਤਲਬ ਇਸ ਚੀਜ਼ ਦਾ ਉਹ
ਪ੍ਰਚਾਰ ਜਾਏਗਾ ਕਿ ਮਤਲਬ ਉਹ ਇੱਕ ਤੁਹਾਡੇ ਪਿਤਾ ਜੀ ਦੀ ਗੱਲ ਕਰ ਰਹੀ ਹੈ ਤੇ ਉਹ ਵੀ ਇੱਕ ਕਲਾਕਾਰ ਸੀ, ਕਿਉਂਕਿ ਕੀਰਤਨ ਕਰਦੇ ਸੀ, ਲੱਖਾਂ ਫਾਲੋਅਰ ਸੀ ਉਹਨਾਂ ਦੇ, ਦੁਨੀਆ ਸੁਣਦੀ ਸੀ। ਭਗਵੰਤ ਮਾਨ ਵੀ ਇੱਕ ਕਮੇਡੀਅਨ ਸੀ, ਉਹ ਵੀ ਕਲਾਕਾਰ ਸੀ, ਕਲਾਕਾਰ ਦੀਆਂ ਕਲਾਕਾਰ ਭਾਵਨਾਵਾਂ ਸਮਝ ਬਹੁਤ ਅੱਛੀ ਸਕਦਾ। ਗੱਲ ਕੀਤੀ ਤੁਸੀਂ। ਪਿਛਲੇ ਸਾਲ ਸਰਦੂਲ ਸਿਕੰਦਰ ਜੀ ਮੇਰੇ ਚਾਚਾ ਹੀ ਲੱਗਦੇ, ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਭਰਾ ਬਣਾਇਆ ਸੀ, ਬੜਾ ਪਿਆਰ ਸੀ ਸਾਡਾ। ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੇਰੀ ਹਮੇਸ਼ਾ ਗੱਲ ਹੁੰਦੀ ਰਹਿੰਦੀ ਸੀ, ਬੇਟੇ ਆਪਣਾ ਖਿਆਲ ਰੱਖੋ, ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਜੇ ਮੇਰੇ ਪਿਤਾ ਜੀ ਕਲਾਕਾਰ ਸੀ ਤੇ ਮੇਰੇ ਪਿਤਾ ਜੀ ਦੀ ਪਹਿਲੀ ਬਰਸੀ ਤੇ ਵੀ ਕੋਈ ਪਹੁੰਚਿਆ ਨਹੀਂ ਜਾਂ ਕੋਈ ਸੁੱਖ ਦੁੱਖ ਲਈ ਨਹੀਂ ਕੋਈ ਪਹੁੰਚਿਆ, ਤੇ ਉਸ ਤੋਂ ਬਾਅਦ ਸਰਦੂਲ ਸਿਕੰਦਰ ਜੀ ਦੇ ਭੋਗ ਤੇ ਮੈਂ ਕਹਿੰਦਾ ਕੋਈ ਐਸਾ ਰਾਗੀ ਦੱਸ ਦਿਓ ਜਿਹੜਾ ਨਾ ਉੱਥੇ ਗਿਆ ਹੋਵੇ, ਕੋਈ ਕਿਸੇ ਐਸੇ ਰਾਗੀ ਦਾ ਨਾਂ ਲੈ ਦਿਓ ਜਿਹੜਾ ਉੱਥੇ ਨਾ ਗਿਆ ਹੋਵੇ, ਜਾਂ ਕੋਈ ਐਸੇ ਜਥੇਬੰਦੀਆਂ ਦੱਸ ਦਿਓ ਜਿਹੜੇ ਉੱਥੇ ਨਹੀਂ ਗਈਆਂ ਹੋਣ। ਇੱਥੇ ਆਉਣ ਲੱਗਿਆ ਕੀ ਗੱਲ ਮਤਲਬ ਕਿ ਤਕਲੀਫ ਹੁੰਦੀ ਕਿਸੇ ਨੂੰ? ਜੀ ਜੀ, ਉਦੋਂ ਵੀ ਕਰੋਨਾ ਸੀ ਮੇਰੇ ਖਿਆਲ ਸਰਦੂਲ ਸਿਕੰਦਰ ਜੀ ਸੀਗਾ ਜੀ, ਉਦੋਂ ਵੀ ਕਰੋਨਾ ਸੀ। ਇੱਥੇ ਆਉਣ ਲੱਗਿਆ ਕਿਉਂ ਤਕਲੀਫ ਹੁੰਦੀ? ਮੈਨੂੰ ਇਸ ਗੱਲ ਦਾ ਦੁੱਖ ਸਾਰੀ ਉਮਰ ਰਹਿਣਾ ਉਹ ਰਹੇਗਾ। ਮਤਲਬ ਮੇਰੇ ਪਿਤਾ ਜੀ ਵੀ ਕਲਾਕਾਰ ਸੀ, ਇੱਕ ਮੋਹਤਵਾਰ ਸੀਗੇ, ਇੱਕ ਪਦਮ ਵਿਚਰੀ ਸੀਗੇ, ਗੁਰੂ ਰਾਮਦਾਸ ਦੇ ਕੀਰਤਨੀ ਸੀਗੇ, ਕਿ ਉਹਨਾਂ ਬਾਰੇ ਮਤਲਬ ਸਭ ਕਿਤੇ ਮਰ ਗਏ ਹੋਏ ਨੇ। ਮੈਂ ਇਹੀ ਮਾਫੀ ਚਾਹੁੰਦਾ, ਮੈਂ ਸ਼ਬਦ ਬੋਲ ਰਿਹਾ, ਪਰ ਮੇਰੇ ਅੰਦਰ ਦੁੱਖ ਆ ਕਿ ਮੈਨੂੰ ਵੀ, ਸਾਨੂੰ ਵੀ ਐਕਸਪੈਕਟੇਸ਼ਨ ਵੀ ਸਾਡੇ ਕੋ ਵੀ ਮਤਲਬ ਸਾਡੇ ਘਰੇ ਜਾਂ ਸਾਡੇ ਸਟੇਜ ਤੇ ਲੋਕ ਪਹੁੰਚਣ ਆ ਕੇ ਵੀ ਅਸੀਂ ਇਹਨਾਂ ਨੂੰ ਇਹ ਥੋੜੀ ਕਹਿੰਦੇ ਨਾਲ 2-2 ਲੱਖ ਰੁਪਏ ਲੈ ਕੇ ਆਇਓ, ਪੈਸਾ ਲੈ ਕੇ ਆਇਓ। ਜੇ ਮਾਨ ਸਤਿਕਾਰ ਤੁਸੀਂ ਕਰਦੇ ਹੋ, ਇੱਜ਼ਤ ਕਰਦੇ ਹੋ, ਤਾਂ ਫਿਰ ਤੁਸੀਂ ਇੱਥੇ ਕਿਉਂ ਨਹੀਂ ਪਹੁੰਚਦੇ? ਜੀ ਜੀ, ਇਸ ਵਾਰ ਇਨਵੀਟੇਸ਼ਨ ਭੇਜੇ ਗਏ ਤੁਹਾਡੇ ਵੱਲੋਂ ਸਾਰਿਆਂ ਨੂੰ? ਦੇਖੋ ਜੀ, ਮੈਂ ਪਿਛਲੀ ਵਾਰੀ ਵੀ ਕਿਹਾ ਸੀ, ਪਿਛਲੀ ਵਾਰੀ ਵੀ ਨਹੀਂ ਕਿਹਾ, ਤਾਂ ਮੈਂ ਇਨਵੀਟੇਸ਼ਨ ਭੇਜ ਕੇ ਖਰਾਬ ਕਿਉਂ ਕਰਾਂ ਜੀ? ਜੀ ਜੀ, ਮੈਂ ਆਪਣੇ ਫਰਜ਼ ਨਿਭਾਉਣਾ ਵਾ। ਮੈਂ ਪਿਛਲੀ ਵਾਰੀ ਐਸਜੀਪੀਸੀ ਨੂੰ ਵੀ ਇਨਵੀਟੇਸ਼ਨ ਦੇ ਕੇ ਆਇਆ ਸੀਗਾ, ਮੈਂ ਇਸ ਟਾਈਮ ਵੀ ਐਸਜੀਪੀਸੀ ਨੂੰ ਇਨਵੀਟੇਸ਼ਨ ਦੇਣ ਜਾਣੇ। ਕੱਲ ਪਿਛਲੀ ਵਾਰ ਵੀ ਨਹੀਂ ਆਏ ਸੀਗੇ, ਆਉਣਾ ਉਹਨਾਂ ਨੇ ਇਸ ਵਾਰ ਵੀ ਨਹੀਂ ਹੈਗਾ। ਪਿਛਲੀ ਵਾਰ ਵੀ ਜਾਣ ਬੁੱਝ ਕੇ 2 ਅਪ੍ਰੈਲ ਦੀ ਇਹਨਾਂ ਨੇ ਰੈਲੀ ਰੱਖ ਲਈ ਸੀਗੀ, ਔਰ ਇਸ ਸਾਲ ਗੋਡ ਨੋ ਕੀ ਕਰਦੇ ਨੇ। ਪਰ ਮੈਂ ਇਹ ਨਹੀਂ, ਮੇਰੇ ਅੰਦਰ ਕੋਈ ਐਟੀਟਿਊਡ, ਕੋਈ ਆਕੜ ਨਹੀਂ ਕਿਸੇ ਤਰ੍ਹਾਂ ਦੀ ਜੀ। ਤੇ ਮੈਂ ਹੁਣ ਵੀ ਪਿਛਲੇ ਸਾਲ ਵੀ ਦਿੱਤੇ ਸੀ ਇਨਵੀਟੇਸ਼ਨ, ਐਤਕੀ ਦੇਵਾਂਗਾ ਸਾਰਿਆਂ ਨੂੰ ਇਨਵੀਟੇਸ਼ਨ। ਜੀ ਜੀ ਜੀ, ਤਾਂ ਬਿਲਕੁਲ, ਤਾਂ ਇਹ ਸੀ ਅਮਤੇਸ਼ਵਰ ਜੀ, ਜੋ ਕਿ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਨੇ, ਤੇ ਹੁਣ ਉਹਨਾਂ ਵੱਲੋਂ ਦੂਸਰੀ ਬਰਸੀ ਜਿਹੜੀ ਇਸ ਜਗ੍ਹਾ ਦੇ ਉੱਤੇ ਮਨਾਈ ਜਾ ਰਹੀ ਹੈ। ਲੇਕਿਨ ਤੁਹਾਨੂੰ ਦੱਸ ਦਈਏ ਕਿ ਬਰਸੀ ਮਨਾਉਣ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਜਿਹੜੇ ਆਰੰਭ ਕਰਨੇ ਸੀ, ਤਾਂ ਉਸ ਦੇ ਲਈ ਇੱਕ ਕਮਰਾ ਜਿਹੜਾ ਪਾਇਆ ਜਾ ਰਿਹਾ ਸੀ, ਤਾਂ ਕਿਸੇ ਸ਼ਰਾਰਤੀ ਤੱਤਵਾਂ ਵੱਲੋਂ ਉਹ ਕਮਰਾ ਇੱਥੇ ਆ ਕੇ ਤੋੜ ਦਿੱਤਾ ਗਿਆ। ਤਾਂ ਹੁਣ ਉਹਨਾਂ ਨੂੰ ਦੁੱਖ ਵੀ ਹੈ ਉਸ ਚੀਜ਼ ਦਾ, ਤਾਂ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਉਹਨਾਂ ਵੱਲੋਂ ਹੁਣ ਦੂਸਰੀ ਬਰਸੀ ਮਨਾਈ ਜਾ ਰਹੀ ਹੈ। ਪਹਿਲੀ ਬਰਸੀ ਵੀ ਮਨਾਈ ਗਈ ਤਾਂ ਉਸ ਵਿੱਚ ਕੋਈ ਵੱਡੇ ਕਲਾਕਾਰ ਜਾਂ ਕੋਈ ਵੱਡੇ ਰਾਗੀ ਜਿਹੜੇ ਆ ਉਹ ਨਹੀਂ ਪਹੁੰਚ ਸਕੇ, ਤਾਂ ਉਸ ਚੀਜ਼ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਦੁੱਖ ਜਿਹੜਾ ਝਲਕਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ। ਤਾਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾਵਾਂ ਨੂੰ ਇਸ ਬਰਸੀ ਦੇ ਵਾਸਤੇ ਇਨਵੀਟੇਸ਼ਨ ਦੇ ਚੁੱਕੇ ਆ, ਤੇ ਉਹ ਆਸ ਕਰਦੇ ਆ ਕਿ ਇਸ ਵਾਰ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਬਰਸੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚ ਸਕਦੇ ਨੇ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਅੰਮ੍ਰਿਤਸਰ ਵੇਰਕਾ।